ਵਾਹਿਗੁਰੂ ਜੀ ਮਲਾਰ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਿਲਤ ਪਿਆਰੋ ਪ੍ਰਾਨਨਾਥ, ਕਵਨ ਭਗਤ ਤੇ ਸਾਧ ਸੰਗਤ ਪਾਈ ਪਰਮ ਗਤੀ। ਮਿਲਤ ਪਿਆਰੋ ਪ੍ਰਾਨਨਾਥ, ਕਵਨ ਭਗਤ ਤੇ ਸਾਧ ਸੰਗਤ ਪਾਈ ਪਰਮ ਗਤੀ। ਰਹਾਉ ਮੈਲੀ ਕਪਰੀ ਕਹਾਂ ਲਉ ਧੋਵਾ, ਆਵੈਗੀ ਨੀਂਦ ਕਹਾਂ ਲਗ ਸੋਵਾ। ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ। ਝੂਠੈ ਬਨਜ ਉਠੀ ਗਈ ਹਾਟਿਓ, ਕਹੁ ਰਵਿਦਾਸ ਪਇਓ ਜਬ ਲੇਖੋ। ਜੋਈ ਜੋਈ ਕੀਨੋ ਸੋਈ ਸੋਈ ਦੇਖਿਓ। ਕਹੁ ਰਵਿਦਾਸ ਪਇਓ ਜਬ ਲੇਖੋ। ਜੋਈ ਜੋਈ ਕੀਨੋ ਸੋਈ ਸੋਈ ਦੇਖਿਓ। ਚਵਰ ਛਤਰ ਤਖਤ ਦੇ ਮਾਲਕ, ਸਮੁੱਚੀ ਮਾਨਵਤਾ ਦੇ ਰਹਿਬਰ ਵਾਲੀਏ ਕੁਲ ਆਲਮ, ਦੋ ਜਹਾਨਾਂ ਦੇ ਵਾਲੀ, ਅੰਮ੍ਰਿਤ ਕੇ ਮਜਸਮੇ ਸੱਚ ਦੇ ਉਪਦੇਸ਼ਕ, ਸਾਂਝੀਵਾਲਤਾ ਦਾ ਸਿਧਾਂਤ ਦੇਣ ਵਾਲੇ ਪਾਤਸ਼ਾਹ, ਗਰੀਬ ਨਿਵਾਜ ਸਤਿਗੁਰੂ ਦੀਨਾਬੰਧੂ ਕਿਰਪਾ ਸਿੰਧ ਗਰੀਬ ਨਿਵਾਜ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਾਹਿਬ ਦੀ ਹਜ਼ੂਰੀ ਅੰਦਰ ਸਵਾਈਮਾਨ ਇਕੱਤਰ ਹੋਏ ਸਤਸੰਗੀ ਜਨੋਂ ਵਡਭਾਗੇ ਹੋ। ਗੁਰ ਹਜ਼ੂਰੀ ਵਿੱਚ ਗੁਰਬਖਸ਼ੇ ਉਦਮ ਸਦਕਾ ਨੇਮ ਅਨੁਸਾਰ ਨਿਤ ਰੋਜ਼ ਅਨੁਸਾਰ ਸੰਧਿਆ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਕਰਕੇ ਆਪ ਸਰਬਤ ਮਾਈ ਭਾਈ ਗੁਰ ਹਜ਼ੂਰੀ ਵਿੱਚ ਜੁੜ ਮਿਲ ਬੈਠੇ ਹੋ। ਗੁਰੂ ਸਵਾਰਿਆਂ ਦੀ ਰਸਨਾ ਤੋਂ ਗੁਰੂ ਕੀ ਕੀਰਤੀ ਉਸਤਤ ਵਡਿਆਈ ਸ਼ੋਭਾ ਕੀਰਤਨ ਦੇ ਰਾਹੀਂ ਆਪ ਸਰਬਤ ਕਰ ਰਹੇ ਸੀ। ਗੁਰੂ ਸਵਾਰਿਆਂ ਦੀ ਰਸਨਾ ਤੋਂ ਗੁਰੂ ਕੀ ਮੁਬਾਰਕ ਬਾਣੀ ਦੇ ਸ਼ਬਦ ਰਸਨਾ ਤੋਂ ਗਾਏ ਹੋਏ ਇਨ੍ਹਾਂ ਸਰੋਤਾਂ ਦੇ ਨਾਲ ਸ਼ਰਵਣ ਕਰਕੇ ਲੰਮੇ ਸਮੇਂ ਤੋਂ ਭਗਤੀ ਇਬਾਦਤ ਗੁਰੂ ਹਜ਼ੂਰੀ ਵਿੱਚ ਬੈਠ ਕਰਕੇ ਕਰ ਰਹੇ ਹੋ। ਸਮੁੱਚੇ ਜੀਵਨ ਨੂੰ ਸਫਲ ਕਰਨ ਦਾ ਸਫਲ ਯਤਨ ਪਏ ਕਰ ਰਹੇ ਹੋ। ਆਓ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਈ ਧਿਆਨਾਂ ਦੇ ਮਹਾਂਵਾਕ ਅਨੁਸਾਰ ਜਿੱਥੇ ਸਾਹਿਬ ਦੀ ਉਸਤਤ ਵਡਿਆਈ ਆਪ ਸਰਬਤ ਸੰਗਤ ਕੀਰਤਨ ਦੇ ਰਾਹੀਂ ਕੀਤੀ ਹੈ। ਸਮਾਂ ਹੋਇਆ ਹੈ ਪਿਛਲੇ ਦਿਨਾਂ ਤੋਂ ਜੋ ਭਗਤ ਰਵਿਦਾਸ ਜੀ ਉਹਨਾਂ ਦੇ ਉਚਾਰਨ ਕੀਤੇ ਹੋਏ 40 ਸ਼ਬਦ ਵੱਖ-ਵੱਖ 16 ਰਾਗਾਂ ਦੇ ਵਿੱਚ ਜੋ ਦਰਜ ਹਨ, ਉਹ ਨਿਤ ਆਪਾਂ ਇੱਕ ਸ਼ਬਦ ਵਿਚਾਰਦੇ ਆ ਰਹੇ ਹਾਂ। ਅੱਜ ਜੋ ਉਹ ਲੜੀ ਚੱਲ ਰਹੀ ਹੈ ਭਗਤ ਜੀ ਦੇ ਮੁਬਾਰਕ ਸ਼ਬਦਾਂ ਦੀ, ਅੱਜ ਉਸੇ ਲੜੀ ਦਾ ਭਾਵ ਭਗਤ ਰਵਿਦਾਸ ਜੀ ਦੇ ਉਚਾਰਨ ਕੀਤੇ ਹੋਏ 40 ਸ਼ਬਦ ਜਿਹੜੇ ਨੇ ਉਹਨਾਂ ਦੇ ਵਿੱਚੋਂ
39 ਸ਼ਬਦ ਆਪਾਂ ਵਿਚਾਰ ਚੁੱਕੇ ਹਾਂ। ਅੱਜ ਅਖੀਰਲਾ ਸ਼ਬਦ ਜਿਹੜਾ ਭਗਤ ਜੀ ਦਾ ਹੈ 40ਵਾਂ ਸ਼ਬਦ, ਜੋ ਕਿ ਰਾਗ ਮਲਾਰ ਦੇ ਵਿੱਚ ਪਾਵਨ ਅੰਗ 1293 ਦੇ ਉੱਪਰ ਸਵਾਈਮਾਨ ਹੈ। 3 ਸ਼ਬਦ ਜਿਹੜੇ ਨੇ ਇਸ ਰਾਗ ਮਲਾਰ ਦੇ ਵਿੱਚ ਭਗਤ ਰਵਿਦਾਸ ਜੀ ਦੇ ਦਰਜ ਨੇ। 2 ਸ਼ਬਦ ਆਪਾਂ ਇਸ ਰਾਗ ਦੇ ਵਿਚਾਰ ਚੁੱਕੇ ਹਾਂ। ਕਹਿਣ ਤੋਂ ਭਾਵ ਪਿਛਲੇ ਦਿਨੀ ਜੋ ਆਪਾਂ ਲੜੀ ਆਰੰਭ ਕੀਤੀ ਸੀ ਭਗਤ ਰਵਿਦਾਸ ਜੀ ਦੇ ਸ਼ਬਦਾਂ ਦੀ ਵਿਚਾਰ ਦੀ, ਉਹਦੇ ਵਿੱਚ 39 ਸ਼ਬਦ ਵਿਚਾਰ ਚੁੱਕੇ ਹਾਂ। ਅੱਜ ਅਖੀਰਲਾ ਸ਼ਬਦ ਹੈ ਭਗਤ ਜੀ ਦਾ 40ਵਾਂ ਸ਼ਬਦ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1293 ਦੇ ਉੱਪਰ ਸਵਾਈਮਾਨ ਹੈ। ਆਓ ਇਹਨਾਂ ਰੱਬੀ ਵਚਨਾਂ ਦੇ ਵਿੱਚ ਭਗਤ ਜੀ ਸਾਡੇ ਸਮਕਸ਼, ਸਾਡੇ ਅੱਗੇ ਕੀ ਵਿਚਾਰ ਰੱਖ ਰਹੇ ਨੇ। ਇਹਨਾਂ ਰੱਬੀ ਵਚਨਾਂ ਦਾ ਮੂਲ ਪਾਠ ਹੁਣੇ ਆਪ ਜੀ ਨੇ ਸਰਵਣ ਕੀਤਾ। ਆਓ ਵਿਚਾਰਨ ਦਾ ਯਤਨ ਕਰੀਏ। ਪਾਵਨ ਸ਼ਬਦ ਵਿਚਾਰਨ ਤੋਂ ਪਹਿਲਾਂ ਗੁਰਮਰਿਆਦਾ ਅਨੁਸਾਰ ਗੁਰਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਬਖਸ਼ੋ ਅਸੀਸ, ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਭਗਤ ਸਾਹਿਬ ਰਵਿਦਾਸ ਜੀ ਦੇ ਆਪਾਂ ਪਿਛਲੇ ਦਿਨੀ ਸ਼ਬਦ ਵਿਚਾਰੇ ਸੀ, ਉਹਨਾਂ ਸ਼ਬਦਾਂ ਦੇ ਵਿੱਚੋਂ ਜੋ ਆਪਾਂ ਨੂੰ ਸਮਝਣ ਦੇ ਵਿੱਚ, ਪੜ੍ਹਨ ਦੇ ਵਿੱਚ ਪਤਾ ਲੱਗਿਆ। ਪਹਿਲੀ ਗੱਲ, ਭਗਤ ਸਾਹਿਬਾਨ ਦੀ ਜਿਹੜੀ ਬਾਣੀ ਹੈ ਉਹ ਸਾਨੂੰ ਕਰਮ ਦੀ ਮਹਾਨਤਾ ਜਿਹੜੀ ਹੈ ਉਹਨਾਂ ਦੇ ਸ਼ਬਦਾਂ ਦੇ ਵਿੱਚੋਂ ਮਿਲਦੀ ਹੈ। ਭਾਵ ਉਸ ਪਰਮੇਸ਼ਰ ਦੇ ਦਰ ਦੇ ਉੱਪਰ ਬੰਦਿਆ ਤੇਰੇ ਕਰਮ ਦੇਖੇ ਜਾਣੇ ਨੇ। ਇਸੇ ਵਿਚਾਰ ਆਪਾਂ ਸ਼ਬਦਾਂ ਵਿੱਚ ਵਿਚਾਰ ਕੇ ਆਏ ਹਾਂ। ਤੇ ਜਦੋਂ ਉਸ ਪਰਮੇਸ਼ਰ ਦੇ ਵਿੱਚ ਔਰ ਇਨਸਾਨ ਦੇ ਵਿੱਚ ਪਰਮੇਸ਼ਰ ਦੀ ਵਿੱਥ ਦਾ ਜ਼ਿਕਰ ਭਗਤ ਜੀ ਨੇ ਕੀਤਾ, ਤਾਂ ਉਸ ਵਕਤ ਭਗਤ ਜੀ ਜ਼ਿਕਰ ਕਰਦੇ ਸਨ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਉਹਦੇ ਵਿੱਚ ਸਾਹਿਬ ਨੇ ਇਹ ਜ਼ਿਕਰ ਕੀਤਾ ਸੀ। ਇਸੇ ਤਰ੍ਹਾਂ ਆਪਾਂ ਸ਼ਬਦਾਂ ਦੀ ਜੋ ਲੜੀ ਵਿਚਾਰੀ ਹੈ, ਭਗਤ ਜੀ ਨੇ ਜਦੋਂ ਆਪਣੇ ਮਨ ਦੀ ਅਵਸਥਾ ਦਾ ਜ਼ਿਕਰ ਕੀਤਾ ਉਸ ਸ਼ਬਦ ਵਿੱਚ, ਵੀ ਜਿਹੜਾ ਮੇਰਾ ਮਨ ਹੈ ਇਹ ਉਪਰਾਮ ਹੋ ਚੁੱਕਿਆ ਵਾ ਦੁਨੀਆ ਦੀ ਵੈਰ ਭਾਵਨਾ ਤੋਂ, ਹੀਨ ਭਾਵਨਾ ਤੋਂ, ਮੇਰਾ ਮਨ ਮੁਕਤ ਹੈ। ਤੇ ਉਹਨਾਂ ਜਦੋਂ ਆਪਣੇ ਸ਼ਹਿਰ ਦੀ ਗੱਲ ਕੀਤੀ ਵੀ ਮੇਰੀ ਸੁਰਤ ਜਿਸ ਸ਼ਹਿਰ ਦੀ ਵਾਸੀ ਹੈ ਉੱਥੇ ਕਿਸੇ ਤਰ੍ਹਾਂ ਦਾ ਕੋਈ ਗਮ ਨਹੀਂ ਹੈ, ਉਹ ਗਮ ਤੋਂ ਰਹਿਤ ਹੈ ਮੇਰੀ ਸੁਰਤ ਜਿਹੜੀ ਹੈ। ਉਹਨਾਂ ਆਪਣੀ ਸੁਰਤ ਦੇ ਸ਼ਹਿਰ ਦੀ ਗੱਲ ਕੀਤੀ। ਉਹਨਾਂ ਜ਼ਿਕਰ ਕੀਤਾ, ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋ ਨਹੀਂ ਤਹ ਠਾਉ, ਨਾ ਤਸਵੀਸ ਖਿਰਾਜ ਨ ਮਾਲ, ਖੌਫ ਨ ਖਤਾ ਨ ਤਰਸ ਜਿਪਾਲ। ਇਸੇ ਤਰ੍ਹਾਂ ਸਾਨੂੰ ਭਗਤ ਜੀ ਬੇਅੰਤ ਸ਼ਬਦਾਂ ਦੇ ਵਿੱਚ ਜਿਹੜਾ ਹੈ, ਉਹਨਾਂ ਕਿਸੇ ਸ਼ਬਦ ਵਿੱਚ ਆਪਣੀ ਜੋ ਉਹਨਾਂ ਦੀ ਰਹਿਣ ਵਾਲੀ ਭੂਮੀ, ਜਿੱਥੇ ਉਹ ਰਹਿਣ ਵਸੇਰਾ ਉਹਨਾਂ ਦਾ ਹੈ, ਉਸ ਭੂਮੀ ਦੇ ਬਾਬਤ ਜੋ ਸੰਸਾਰ ਦੇ ਲੋਕਾਂ ਦੀਆਂ ਮਿੱਥਾਂ ਨੇ ਉਹਨਾਂ ਦਾ ਜ਼ਿਕਰ ਉਹਨਾਂ ਬੇਅੰਤ ਜਗ੍ਹਾ ਦੇ ਉੱਪਰ ਕੀਤਾ। ਕਰਮ ਨੂੰ ਮਹਾਨਤਾ ਜਿਹੜੀ ਹੈ ਸਾਹਿਬ ਨੇ ਕੀਤੀ। ਸਾਹਿਬ ਨੇ ਇਹ ਸਾਨੂੰ ਸਮਝਾਇਆ ਵੀ ਸੱਜਣਾ, ਉਸ ਰੱਬ ਦੇ ਬੇੜੇ ਤੇ ਤੇਰੀ ਉੱਚੀ ਕੁੱਲ, ਤੇਰਾ ਉੱਚਾ ਗੋਤ, ਤੇਰੀ ਜਾਤ ਔਰ ਤੇਰਾ ਮਜ਼ਹਬ ਨਹੀਂ ਦੇਖਿਆ ਜਾਂਦਾ, ਉੱਥੇ ਤੇਰੇ ਕਰਮ ਦੇਖੇ ਜਾਂਦੇ ਨੇ। ਇਸੇ ਤਰ੍ਹਾਂ ਆਪਾਂ ਕੱਲ੍ਹ ਜੋ ਵਿਚਾਰ ਰਹੇ ਸੀ, ਜਿਨ੍ਹਾਂ ਉਸ ਹਰੀ ਦੀ ਇਬਾਦਤ ਕੀਤੀ, ਉਹਦੀ ਸਿਫਤ ਸਲਾਹ ਕੀਤੀ ਨਾ, ਤੇ ਉਹ ਕਿਵੇਂ ਤਰੇ ਨੇ, ਉਹਨਾਂ ਕਿਵੇਂ ਨਾਮ ਨੂੰ ਜਪ ਕੇ ਸੰਸਾਰ ਦੇ ਹਰ ਕੋਨੇ ਦੇ ਵਿੱਚ ਆਪਣਾ ਨਾਮਣਾ ਕਮਾਇਆ ਵਾ। ਸੰਸਾਰ ਦੇ ਹਰ ਖਿੱਤੇ ਦੇ ਵਿੱਚ ਉਹ ਕਿਵੇਂ ਜਾਣੇ ਜਾਣ ਲੱਗੇ ਜਿਨ੍ਹਾਂ ਉਹਦੀ ਇਬਾਦਤ ਕੀਤੀ ਹੈ। ਉਹਦੀ ਇਬਾਦਤ ਕੀਤੀ ਹੈ ਕਿਵੇਂ? ਨੀਵੀਂ ਜਾਤ, ਸੰਸਾਰ ਦੀ ਵਰਨ ਵੰਡ ਦੇ ਮੁਤਾਬਕ ਨੀਵੀਂ ਜਾਤ ਦੇ ਵਿੱਚ ਪੈਦਾ ਹੋਣ ਵਾਲਾ ਵੀ ਉਸ ਪਰਮੇਸ਼ਰ ਨੂੰ ਕਿਵੇਂ ਪਾ ਸਕਦਾ। ਉਹਨਾਂ ਦੇ ਬੇਅੰਤ ਸ਼ਬਦਾਂ ਦੇ ਵਿੱਚ ਸਾਨੂੰ ਜਿਹੜਾ ਹੈ ਇਸ ਤਰ੍ਹਾਂ ਦੇ ਸ਼ਬਦ ਪ੍ਰਾਪਤ ਹੋਏ ਨੇ। ਅੱਜ ਦੇ ਸ਼ਬਦ ਦੇ ਵਿੱਚ ਜਦੋਂ ਭਗਤੀ ਇਬਾਦਤ ਦੀ ਗੱਲ ਕੀਤੀ, ਕਿਤੇ ਸਾਹਿਬ ਨੇ ਗੁਰੂ ਸੰਗਤ ਦੀ ਗੱਲ ਵੀ ਕੀਤੀ ਹੈ। ਅੱਜ ਦਾ ਜਿਹੜਾ ਸ਼ਬਦ ਹੈ ਨਾ, ਇਹਦੇ ਵਿੱਚ ਭਗਤ ਰਵਿਦਾਸ ਜੀ ਨੇ ਸਤ ਸੰਗਤ ਦੀ ਜਿਹੜੀ ਹੈ ਮਹਾਨਤਾ, ਜੋ ਸਤ ਸੰਗਤ ਦਾ ਮਹਾਤਮ ਹੈ, ਉਹ ਸਾਨੂੰ ਦੱਸਣ ਦਾ ਯਤਨ ਕੀਤਾ ਵਾ ਵੀ ਸੱਜਣਾ ਕਿਵੇਂ ਇਹ ਸਤ ਸੰਗਤ ਜਿਹੜੀ ਹੈ ਤੇਰੇ ਜੀਵਨ ਨੂੰ ਬਦਲ ਸਕਦੀ ਹੈ, ਤੇਰੀ ਜ਼ਿੰਦਗੀ ਨੂੰ ਬਦਲ ਸਕਦੀ ਹੈ। ਸਤ ਸੰਗਤ ਦੇ ਪਰਥਾਏ ਸਾਨੂੰ ਬੇਅੰਤ ਸ਼ਬਦ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲਦੇ ਆ।
ਤੇ ਜਦੋਂ ਪੁੱਛੀਏ ਗੁਰੂ ਗ੍ਰੰਥ ਸਾਹਿਬ ਦੇ ਪਾਸ ਬਹਿ ਕੇ ਵੀ ਇਹ ਪਾਤਸ਼ਾਹ ਸਤ ਸੰਗਤ ਕਿਹਾ ਕਿਹਨੂੰ ਜਾਂਦਾ, ਆਖਿਆ ਕਿਹਨੂੰ ਜਾਂਦਾ, ਤੇ ਉੱਥੇ ਫਿਰ ਜ਼ਿਕਰ ਕਰਦੇ ਨੇ ਸਾਹਿਬ, ਸਤ ਸੰਗਤ ਕੈਸੀ ਜਾਣੀਐ ਜਿੱਥੇ ਏਕੋ ਨਾਮ ਵਖਾਣੀਐ। ਜਿੱਥੇ ਇੱਕ ਪਰਮੇਸ਼ਰ ਦੀ ਸਿਫਤ ਸਲਾਹ, ਉਹਦੀ ਵਡਿਆਈ ਔਰ ਉਹਦੀ ਇਬਾਦਤ ਕੀਤੀ ਜਾਂਦੀ ਹੈ, ਮਾਲਕ ਨੇ ਕਿਹਾ ਉਹਨੂੰ ਸਤ ਸੰਗਤ, ਉਹਨੂੰ ਗੁਰੂ ਦੀ ਸੰਗਤ ਕਿਹਾ ਜਾਂਦਾ ਵਾ। ਅੱਜ ਦੇ ਸ਼ਬਦ ਦਾ ਸਿਰਲੇਖ ਹੈ, ਉਹਦੇ ਵਿੱਚ ਰਾਗ ਦਾ ਜ਼ਿਕਰ ਕੀਤਾ ਗਿਆ, ਮਲਾਰ ਰਾਗ ਦਾ ਨਾਮ ਹੈ। ਸੰਖੇਪ ਦੇ ਵਿੱਚ ਭਗਤ ਜੀ ਦੇ ਬੇਅੰਤ ਸ਼ਬਦ ਆਪਾਂ ਵਿਚਾਰ ਕੇ ਆਏ ਹਾਂ, ਜਿਨ੍ਹਾਂ ਦੇ ਵਿੱਚ ਮੂਲ ਮੰਤਰ ਦਰਜ ਹੈ। ਇੱਥੇ ਵੀ ਸਾਹਿਬ ਨੇ ਦਰਜ ਕੀਤਾ, ਉਹ ਇੱਕ ਸੱਤਾ, ਇੱਕ ਪਰਮੇਸ਼ਰ ਜੋ ਸਰਬ ਵਿਆਪਕ ਹੈ, ਉਹ ਸਦੀਵੀ ਹੋਂਦ ਵਾਲਾ ਵਾ, ਔਰ ਗੁਰੂ ਦੀ ਕਿਰਪਾ, ਗੁਰ ਪ੍ਰਸਾਦ ਕਿਰਪਾ ਦੇ ਨਾਲ ਉਸ ਪਰਮੇਸ਼ਰ ਨਾਲ ਮਿਲਾਪ ਹੋ ਸਕਦਾ ਵਾ। ਤੇ ਅੱਜ ਦੇ ਸ਼ਬਦ ਵਿੱਚ ਭਗਤ ਜੀ ਪਹਿਲਾਂ ਸਵਾਲ ਕਰਦੇ ਹੈ, ਉਹਦੇ ਤੋਂ ਬਾਅਦ ਉਸੇ ਸਵਾਲ ਦਾ ਉੱਤਰ ਦਿੰਦੇ ਹੈ। ਪਹਿਲਾਂ ਇੱਕ ਸਵਾਲ ਕੀਤਾ, ਕੁਐਸਚਨ ਕਰਿਆ, ਉਸ ਉਪਰੰਤ ਉਸੇ ਕੁਐਸਚਨ ਦਾ ਆਨਸਰ ਵੀ ਭਗਤ ਜੀ ਆਪ ਹੀ ਦੇ ਰਹੇ ਨੇ। ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਾਂ ਜਦੋਂ ਜਪ ਬਾਣੀ ਪੜ੍ਹਦੇ ਹਾਂ, ਤੇ ਸਾਹਿਬ ਨੇ ਉੱਥੇ ਵੀ ਜਪਜੀ ਸਾਹਿਬ ਦੇ ਵਿੱਚ ਵੀ ਜ਼ਿਕਰ ਕੀਤਾ ਜੀ। ਪਹਿਲਾਂ ਇੱਕ ਸਵਾਲ ਪੈਦਾ ਕੀਤਾ, ਖੜਾ ਕੀਤਾ ਵੀ ਕਿਵ ਸਚਿਆਰਾ ਹੋਈ ਹੈ। ਇੱਕ ਸਵਾਲ ਹੈ, ਕੁਐਸਚਨ ਹੈ। ਕਿਵ ਕੂੜੈ ਟੁੱਟੈ ਪਾਲ, ਕਿਵੇਂ ਹੰਕਾਰ ਦੀ ਕੰਧ, ਪਾਲ ਜਿਹੜੀ ਹੈ ਇਹ ਮਲੀਨਤਾ ਦੀ, ਮੈਲ ਦੀ ਕੰਧ ਕਿਵੇਂ ਦੂਰ ਹੋ ਸਕਦੀ ਹੈ, ਇੱਕ ਸਵਾਲ ਕੀਤਾ। ਫਿਰ ਉੱਥੇ ਜ਼ਿਕਰ ਹੈ, ਸਜਣਾ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਇਹ ਉਸ ਸਵਾਲ ਦਾ ਜਵਾਬ ਹੈ ਵੀ ਰਜ਼ਾ ਵਿੱਚ, ਹੁਕਮ ਵਿੱਚ ਚੱਲ, ਸਜਣਾ ਤੇਰੀ ਇਹ ਕੂੜ ਦੀ ਕੰਧ ਟੁੱਟ ਸਕਦੀ ਹੈ, ਤੂੰ ਸਚਿਆਰ ਪਦ ਨੂੰ ਹਾਸਲ ਕਰ ਸਕਦਾ ਵਾ। ਇਸੇ ਤਰ੍ਹਾਂ ਸਹਿਬ ਭਗਤ ਰਵਿਦਾਸ ਜੀ ਇਸ ਸ਼ਬਦ ਵਿੱਚ ਇੱਕ ਸਵਾਲ ਕਰ ਰਹੇ ਨੇ, ਮਿਲਤ ਪਿਆਰੂ ਪ੍ਰਾਨ ਨਾਥ ਕਵਨ ਭਗਤ ਤੇ। ਉਸ ਪ੍ਰਾਨਾਂ ਦੇ ਨਾਥ ਪਰਮੇਸ਼ਰ ਦੀ ਭਗਤੀ ਕਿਵੇਂ ਕੀਤੀ ਜਾ ਸਕਦੀ ਹੈ, ਉਹਦੇ ਨਾਲ ਮਿਲਾਪ ਕਿਵੇਂ ਹੋ ਸਕਦਾ ਵਾ। ਮਿਲਤ ਪਿਆਰੂ ਪ੍ਰਾਨ ਨਾਥ, ਉਹ ਪ੍ਰਾਨਾਂ ਦੇ ਨਾਥ ਪਰਮੇਸ਼ਰ ਨੂੰ ਕਿਵੇਂ ਮਿਲਿਆ ਜਾਵੇ। ਕਵਨ ਭਗਤ ਤੇ, ਕਿਹੜੀ ਭਗਤੀ ਦੇ ਨਾਲ ਉਹਦੀ ਪ੍ਰਾਪਤੀ ਹੋ ਸਕਦੀ ਹੈ, ਉਹਦੇ ਨਾਲ ਕਿਵੇਂ ਇੱਕ ਹੋਇਆ ਜਾ ਸਕਦਾ, ਉਹਦੇ ਨਾਲ ਮਿਲਿਆ ਕਿਵੇਂ ਜਾ ਸਕਦਾ। ਕੋਈ ਐਸੀ ਵਿਧੀ ਸਾਨੂੰ ਜਿਹੜੀ ਹੈ ਨਹੀਂ ਪਤਾ। ਉੱਥੇ ਭਗਤ ਜੀ ਨੇ ਨਾਲ ਜ਼ਿਕਰ ਕੀਤਾ ਵੀ ਸੱਜਣਾ, ਜੇ ਚਾਹੁੰਨਾ ਪਰਮੇਸ਼ਰ ਦੇ ਨਾਲ ਮਿਲਾਪ, ਜੇ ਉਹਦੇ ਨਾਲ ਇੱਕ ਹੋਣਾ ਚਾਹੁੰਨਾ, ਜੇ ਉਹਦੇ ਨਾਲ ਮਿਲਣਾ ਚਾਹੁੰਨਾ ਵਾ, ਤੇ ਇੱਥੇ ਜ਼ਿਕਰ ਕੀਤਾ ਸਾਧ ਸੰਗਤ ਪਾਈ ਪਰਮ ਗਤੇ। ਪਰਮ ਗਤੇ ਉੱਚੀ ਅਵਸਥਾ ਕਿੱਥੇ ਬਹਿ ਕੇ ਪ੍ਰਾਪਤ ਹੋ ਸਕਦੀ ਹੈ, ਸਾਧ ਸੰਗਤ ਤੇ ਪਾਈ, ਸਾਧ ਸੰਗਤ ਪਾਈ ਪਰਮ ਗਤੇ। ਗੁਰੂ ਦੀ ਸੰਗਤ, ਜਿੱਥੇ ਸੱਚ ਦੀ ਗੱਲ, ਜਿੱਥੇ ਇੱਕ ਦੀਆਂ ਵਡਿਆਈਆਂ, ਜਿੱਥੇ ਉਹਦੀ ਸਿਫਤ ਸਲਾਹ ਕੀਤੀ ਜਾਂਦੀ ਹੈ, ਜਿੱਥੇ ਉਹਨੂੰ ਮਿਲੇ ਹੋਏ ਸੱਜਣ ਜਿੱਥੇ ਬਹਿੰਦੇ ਨੇ, ਜਾਂ ਸਾਹਿਬ ਆਖਦੇ ਸੱਜਣਾ ਸਤ ਸੰਗਤ ਉਹਨੂੰ ਕਿਹਾ ਜਾਂਦਾ, ਜਿੱਥੇ ਇੱਕ ਦੀ ਸਿਫਤ ਸਲਾਹ ਹੋ ਰਹੀ ਹੈ। ਤੇ ਮਾਲਕ ਨੇ ਕਿਹਾ ਐਸੀ ਸੰਗਤ ਵਿੱਚ ਬੈਠਿਆਂ ਉਸ ਪਰਮੇਸ਼ਰ ਦੀ ਇਬਾਦਤ ਤੇ ਉਹਦੇ ਨਾਲ ਮਿਲਿਆ ਜਾ ਸਕਦਾ। ਸੱਜਣਾ ਤੇਰੇ ਮਨ ਦੀ ਅਵਸਥਾ, ਤੇਰੀ ਸੁਰਤ ਦਾ ਪੱਧਰ ਉੱਚਾ ਹੋ ਸਕਦਾ ਗੁਰੂ ਦੀ ਸੰਗਤ ਵਿੱਚ ਬੈਠਿਆਂ। ਕਿਵੇਂ ਸਾਹਿਬ ਕਹਿ ਰਹੇ ਨੇ ਵੀ ਕਿਵੇਂ ਪਾਇਆ ਜਾ ਸਕਦਾ ਉਹਨਾਂ ਪ੍ਰਾਨਾਂ ਦੇ ਨਾਥ ਪਰਮੇਸ਼ਰ ਨੂੰ, ਕਿਵੇਂ ਪਾਇਆ ਜਾ ਸਕਦਾ। ਤੇ ਉਹ ਕਿਹੜੀ ਭਗਤੀ ਹੈ ਜਿਸ ਭਗਤੀ ਨੂੰ ਕੀਤਿਆਂ ਪਰਮੇਸ਼ਰ ਨੂੰ ਪਾਇਆ ਜਾ ਸਕਦਾ। ਤੇ ਹੁਣ ਇਹ ਜਵਾਬ ਦਿੱਤਾ ਵੀ ਸਤ ਸੰਗਤ ਵਿੱਚ ਬੈਠ ਸੱਜਣਾ, ਇਹ ਸਤ ਸੰਗਤ ਤੇਰਾ ਪਰਮੇਸ਼ਰ ਦੇ ਨਾਲ ਮਿਲਾਪ, ਔਰ ਇਸ ਸੰਗਤ ਵਿੱਚ ਬੈਠ ਕੇ ਤੂੰ ਭਗਤੀ ਇਬਾਦਤ ਦੇ ਰਾਹ ਤੇ ਤੁਰ ਸਕਦਾ ਵਾ। ਇਸੇ ਤਰ੍ਹਾਂ ਜਿੱਥੇ ਭਗਤ ਜੀ ਸਤ ਸੰਗਤ ਦੀ ਮਹਾਨਤਾ ਇੱਥੇ ਦੱਸ ਰਹੇ ਨੇ ਨਾ, ਤੇ ਆਪਾਂ ਸੋਦਰ ਦੀ ਬਾਣੀ ਵਿੱਚ ਨਿੱਤ ਪੜ੍ਹਦੇ ਹਾਂ ਜੀ, ਸਤ ਸੰਗਤ ਮਿਲੇ ਸੁਤਰਿਆ। ਜਿਹਨੂੰ ਸਤ ਸੰਗਤ ਮਿਲ ਗਈ, ਸੱਚੀ ਸੰਗਤ ਮਿਲ ਗਈ, ਸ਼ੁਭ ਬੋਲਾਂ ਵਾਲੇ, ਸ਼ੁਭ ਵਚਨਾਂ ਵਾਲੇ ਸੱਜਣ, ਉਹਨਾਂ ਦੀ ਜਿੰਨਾ ਸੰਗਤ ਕੀਤੀ, ਮਾਲਕ ਨੇ ਕਿਹਾ ਸੁਤਰਿਆ, ਉਹ ਤਰ ਗਏ, ਭਾਵ ਸਫਲ ਹੋ ਗਏ, ਉਹਨਾਂ ਦੇ ਜੀਵਨ ਸਫਲ ਹੋ ਗਏ। ਉਹਨਾਂ ਦੇ ਮਨ ਵਿੱਚ ਅਗਿਆਨਤਾ ਨਹੀਂ, ਉਹਨਾਂ ਦੇ ਜੀਵਨ ਵਿੱਚ ਉਹਨੂੰ ਗਿਆਨ ਹੈ, ਮਨ ਵਿੱਚ ਗਿਆਨ ਦੀਆਂ ਤੰਦਾਂ ਨੇ, ਜਿਨ੍ਹਾਂ ਗੁਰੂ ਦੀ ਸੰਗਤ ਕੀਤੀ ਹੈ। ਤੇ ਗੁਰੂ ਦੇ ਪਾਸ ਬੈਠਿਆਂ ਪ੍ਰਾਪਤੀ ਕੀ ਹੁੰਦੀ ਹੈ ਜੀ। ਸਾਹਿਬ ਗੁਰੂ ਅੰਗਦ ਪਾਤਸ਼ਾਹ ਜੀ ਦਾ ਜਦੋਂ ਜ਼ਿਕਰ, ਉਹਨਾਂ ਗੁਰੂ ਦੀ ਮਹਾਨਤਾ ਜਦੋਂ ਦੱਸੀ ਨਾ, ਤੇ ਸਾਹਿਬ ਨੇ ਉੱਤੇ ਜ਼ਿਕਰ ਕੀਤਾ
ਵੀ ਸੰਸਾਰ ਦੇ ਤੌਰ 'ਤੇ, ਬਾਹਰੀ ਤੌਰ 'ਤੇ ਹਜ਼ਾਰਾਂ ਚੰਦਰਮਾ, ਸੂਰਜ, ਇਹਨਾਂ ਦੀ ਲਾਈਟ ਜਿਹੜੀ ਹੈ, ਰੌਸ਼ਨੀ ਜਿਹੜੀ ਹੈ, ਧਰਤੀ ਦੇ ਹਰ ਕੋਨੇ ਉੱਪਰ ਪੈ ਰਹੀ ਹੈ। ਸੱਜਣਾ, ਅਗਿਆਨਤਾ ਤੇਰੀ ਉਦੋਂ ਹੀ ਦੂਰ ਹੋਵੇਗੀ ਜਦੋਂ ਤੇਰੇ ਜੀਵਨ 'ਚ ਗੁਰੂ ਦਾ ਗਿਆਨ ਹੋਵੇਗਾ। ਉਹਦੇ ਤੋਂ ਬਗੈਰ ਤੇਰੇ ਅੰਦਰ ਮਨ ਦੀ ਅਗਿਆਨਤਾ ਕਦੇ ਦੂਰ ਨਹੀਂ ਜੀ ਹੋ ਸਕਦੀ। ਗੁਰੂ ਦੀ ਗੱਲ ਭਗਤ ਗੁਰੂ ਅੰਗਦ ਸਾਹਿਬ ਜੀ ਨੇ ਉੱਥੇ ਕੀਤੀ ਹੈ। ਉਹਨਾਂ ਜ਼ਿਕਰ ਕੀਤਾ, ਜੇ 100 ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਤੇ ਸਾਹਿਬ ਨੇ ਕਿਹਾ, ਸੱਜਣਾ, ਤੈਨੂੰ ਗੁਰ ਸੰਗਤ ਵਿੱਚੋਂ ਬੈਠ ਕੇ ਗਿਆਨ ਦੀ ਪ੍ਰਾਪਤੀ, ਗੁਰ ਸੰਗਤ ਵਿੱਚ ਬੈਠ ਕੇ ਤੇਰਾ ਮਨ ਜਿਹੜਾ ਹੈ ਇਹ ਸੁਚੇਤ ਹੁੰਦਾ ਵਾ। ਗੁਰ ਗਿਆਨ ਦਿਓ ਮਨ ਸਮਝਾ। ਜਦੋਂ ਗੁਰੂ ਦੀ ਸੰਗਤ ਕਰੇਗਾ, ਇਹ ਮਨ ਸਮਝ ਕੇ ਚੱਲੇਗਾ, ਇਹ ਸੁਚੇਤ ਹੋ ਜਾਵੇਗਾ। ਗੁਰੂ ਤੈਨੂੰ ਨਿਤ ਉਪਦੇਸ਼ ਦੇਵੇਗਾ ਸੱਜਣਾ, ਨਿਤ ਗਿਆਨ ਦੇਵੇਗਾ। ਇਹ ਗਿਆਨ ਤੇਰੇ ਮਨ, ਤੇਰੇ ਮਾਈਂਡ ਨੂੰ ਵਾਸ਼ ਕਰ ਦੇਵੇਗਾ, ਸਾਫ਼ ਕਰ ਦੇਵੇਗਾ। ਇੱਕ ਜ਼ਿਕਰ ਆਉਂਦਾ ਜਪ ਬਾਣੀ ਵਿੱਚ, ਮਨ ਦੀ ਮਲੀਨਤਾ, ਭੈੜੇ ਵਿਚਾਰ ਇਹਦੇ ਵਿੱਚ ਬੜੇ ਨੇ, ਇਹਨਾਂ ਤੋਂ ਦੂਰੀ, ਇਹਨਾਂ ਤੋਂ ਸਫਾਈ ਇਸ ਮਨ ਦੀ ਕਿਵੇਂ ਹੋ ਸਕਦੀ ਹੈ। ਸਾਹਿਬ ਜ਼ਿਕਰ ਕਰਦੇ ਆ ਨਾ, ਭਰੀ ਹੈ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਸੱਜਣਾ, ਗੁਰੂ ਦੀ ਸਿੱਖਿਆ ਦੇ ਨਾਲ, ਨਾਮ ਦੇ ਨਾਲ ਤੇਰੇ ਅੰਦਰ ਦੀ ਮਲੀਨਤਾ ਦੂਰ ਹੁੰਦੀ ਹੈ। ਤੇ ਸਤ ਸੰਗਤ ਦੀ ਮਹਾਨਤਾ ਦੇ ਬਾਰੇ ਸਾਹਿਬ ਜ਼ਿਕਰ ਕਰਦੇ ਆ। ਬਾਰ-ਬਾਰ ਸਾਹਿਬ ਨੇ ਕਿਹਾ, ਜਿੱਥੇ ਮੱਲ ਕਹਿੰਦੇ ਆ ਸਤ ਸੰਗਤ ਮਿਲੈ ਸੋ ਤਰਿਆ, ਉੱਥੇ ਸਾਹਿਬ ਨੇ ਕਿਹਾ, ਸੱਜਣਾ, ਸੱਚੀ ਸੰਗਤ ਤੈਨੂੰ ਗੁਣ ਦਿੰਦੀ ਹੈ। ਜੇ ਮਾੜਿਆਂ ਦੀ ਸੰਗਤ, ਝੂਠਿਆਂ ਦੀ ਸੰਗਤ ਕਰੇਗਾ, ਉਹ ਤੈਨੂੰ ਔਗਣ ਦੇਵੇਗੀ, ਤੇਰੇ ਜੀਵਨ ਨੂੰ ਬੇਕਾਰੀ, ਤੇਰੇ ਜੀਵਨ ਦੇ ਵਿੱਚ ਵਿਚਾਰ ਤੇਰੇ ਭੈੜੇ ਮਾੜੇ ਹੋ ਜਾਣਗੇ ਜੇ ਤੂੰ ਮਾੜਿਆਂ ਦਾ ਸੰਗ ਕਰੇਗਾ। ਜੇ ਚੰਗਿਆਂ ਦਾ ਸੰਗ ਕਰੇਗਾ, ਤੇਰੇ ਵਿਚਾਰ ਚੰਗੇ ਹੋਣਗੇ। ਸਾਹਿਬ ਆਖਦੇ ਆ, ਉੱਤਮ ਸੰਗਤ ਉੱਤਮ ਹੋਵੈ, ਗੁਣ ਕਉ ਧਾਵੈ ਅਵਗੁਣ ਧੋਵੈ। ਸੱਜਣਾ, ਉੱਤਮ ਸੰਗਤ ਕਰੇਗਾ ਤੂੰ, ਮਨ ਕਰਕੇ ਉੱਤਮ ਹੋਵੇਂਗਾ। ਗੁਣ ਕਉ ਧਾਵੈ ਅਵਗੁਣ ਧੋਵੈ, ਐਸੀ ਸੰਗਤ ਜਿਹੜੀ ਹੈ ਤੇਰੇ ਔਗਣਾਂ ਨੂੰ ਧੋਵੇਗੀ, ਤੈਨੂੰ ਗੁਣ ਦੇਵੇਗੀ, ਜਿਹੜੇ ਗੁਣ ਸਦਾ ਤੇਰੇ ਨਾਲ ਨਿਭਣ ਵਾਲੇ ਨੇ। ਸੱਜਣ, ਠੱਗ ਨੂੰ ਸਾਹਿਬ ਗੁਰੂ ਨਾਨਕ ਪਾਤਸ਼ਾਹ ਸਮਝਾਇਆ ਸੀ ਨਾ, ਵੀ ਜਿਸ ਮਾਇਆ ਕਰਕੇ ਸੰਸਾਰੀਆਂ ਦੇ ਤੂੰ ਗਲੇ ਵੱਢ ਰਿਹਾ ਵਾਂ, ਇਸ ਮਾਇਆ ਨੇ ਸਾਥ ਨਹੀਂ ਜੇ ਨਿਭਣਾ। ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾਂ ਮੰਗੀਐ ਤਿੱਥੇ ਖੜੇ ਦਿਸਨ। ਸ਼ੁਭ ਗੁਣਾਂ ਦੀ ਸੰਗਤ ਕਰ। ਤੇ ਸੰਗਤ ਵਿੱਚ ਬੈਠਣ ਦੇ ਬਾਰੇ ਸਾਹਿਬ ਨੇ ਕਿਹਾ, ਸਤ ਸੰਗਤ ਮਿਲੈ ਸੋ ਤਰਿਆ। ਉੱਥੇ ਮੱਲ ਕੇ ਕਹਿੰਦੇ ਆ, ਸਤ ਸੰਗਤ ਮਿਲ ਰਹੀ ਹੈ ਮਾਧੋ, ਜੈਸੇ ਮਦਪ ਮਖੀਰਾ। ਜਿਵੇਂ ਮੱਖੀ ਔਰ ਸ਼ਹਿਦ ਦੀ ਪ੍ਰੀਤ ਆਪਸ ਵਿੱਚ ਹੈ ਨਾ, ਉਹ ਜੁੜੇ ਹੋਏ ਨੇ ਇੱਕ ਦੂਜੇ ਦੇ ਨਾਲ, ਇਸੇ ਤਰ੍ਹਾਂ ਗੁਰੂ ਦੇ ਨਾਲ ਸੱਜਣਾ ਤੂੰ ਜੁੜਿਆ ਰਹਿ ਸਦਾ। ਗੁਰੂ ਦੀ ਸੰਗਤ ਕਰ, ਗੁਰੂ ਦੇ ਪਾਸ ਬੈਠ, ਗੁਰੂ ਤੈਨੂੰ ਗਿਆਨ ਦੇਵੇਗਾ। ਔਰ ਉਹ ਗਿਆਨ ਦਾ ਸੁਰਮਾ ਜਦੋਂ ਆਪਣੇ ਮਨ, ਇਹਨਾਂ ਨੇਤਰਾਂ ਦੇ ਵਿੱਚ ਪਾਵੇਂਗਾ, ਸਾਹਿਬ ਨੇ ਕਿਹਾ, ਸੱਜਣਾ ਤੂੰ ਤਰ ਜਾਏਗਾ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਸਾਹਿਬ ਕਿਹਾ, ਗੁਰੂ ਦੇ ਗਿਆਨ ਦੇ ਨਾਲ ਅਗਿਆਨਤਾ ਦੂਰ ਹੁੰਦੀ ਹੈ, ਮਨ ਵਿੱਚ ਪ੍ਰਕਾਸ਼, ਚਾਨਣ ਗਿਆਨ ਦਾ ਹੁੰਦਾ ਵਾ, ਅਗਿਆਨਤਾ ਵਿਨਾਸ਼ ਹੁੰਦੀ ਹੈ। ਇਸੇ ਤਰ੍ਹਾਂ ਭਗਤ ਜੀ ਇੱਥੇ ਜ਼ਿਕਰ ਕਰ ਰਹੇ ਨੇ, ਸੱਜਣਾ, ਚਾਹੁੰਦਾ ਉਸ ਰੱਬ ਦੀ ਭਗਤੀ ਇਬਾਦਤ ਕਰਨੀ, ਤੇ ਉਹਦੇ ਲਈ ਸਾਧ ਸੰਗਤ ਪਰਮ ਪਾਈ ਪਰਮ ਗਤੇ। ਗੁਰੂ ਦੀ ਸੰਗਤ, ਇਸ ਸੱਚੀ ਸੰਗਤ, ਸਤ ਸੰਗਤ ਵਿੱਚ ਬੈਠ। ਇੱਥੇ ਬੈਠ ਕੇ ਤੇਰੇ ਮਨ ਦਾ ਪੱਧਰ ਉੱਚਾ ਹੋਵੇਗਾ, ਤੇਰੀ ਸੁਰਤ ਉੱਚੀ ਹੋਵੇਗੀ ਸੱਜਣਾ, ਜੇ ਗੁਰੂ ਦੀ ਸੰਗਤ ਕਰੇਗਾ। ਅੱਗੇ ਫਿਰ ਜ਼ਿਕਰ ਕੀਤਾ, ਮੈਲੇ ਕਪਰੇ ਕਹਾਂ ਲਓ ਤੋਵਾ, ਆਵੇਗੀ ਨੀਂਦ ਕਹਾਂ ਲਗ ਸੋਵਾ। ਇਹਦੇ ਤੋਂ ਭਾਵ ਕੀ ਹੈ? ਭਾਵ ਅਰਥ ਸਮਝੀਏ ਇਹਨਾਂ ਪੰਕਤੀਆਂ ਦੇ, ਵੀ ਬੰਦੇ ਨੇ ਨਿੰਦਿਆ ਕਰ ਕਰਕੇ ਆਪਣੇ ਪਾਪ ਜਿਹੜੇ ਨੇ, ਉਹਨਾਂ ਪਾਪਾਂ ਦੇ ਘੜੇ ਨੂੰ ਭਰ ਲਿਆ ਵਾ। ਕਿਉਂਕਿ ਸਾਹਿਬ ਆਖਦੇ ਨੇ, ਨਿੰਦਾ ਜਿਹੜੀ ਹੈ ਉਹ ਕਿਸੇ ਦੀ ਵੀ ਕੀਤੀ ਚੰਗੀ ਨਹੀਂ ਆ। ਬੰਦਿਆਂ ਨਿੰਦਾ ਨਾ ਕਰ,
ਇਸ ਨਿੰਦਾ ਦੇ ਵਿੱਚ ਨਾ ਪੈ। ਨਿੰਦਿਆ ਦੇ ਵਿੱਚ ਜਿਵੇਂ ਆਪਾਂ ਭਗਤ ਜੀ ਦੇ ਵੀ ਪਿਛਲੇ ਦਿਨੀ ਸ਼ਬਦ ਵਿਚਾਰ ਰਹੇ ਸੀ, ਉਹਦੇ ਵਿੱਚ ਸਾਹਿਬ ਨੇ ਜ਼ਿਕਰ ਕੀਤਾ ਸੀ, ਜੇ ਉਹ 68 ਤੀਰਥ ਨਹਾਵੇ, ਉਹਦੇ ਵਿੱਚ ਜ਼ਿਕਰ ਸੀ 68 ਤੀਰਥਾਂ ਤੇ ਇਸ਼ਨਾਨ ਕਰਿਆ, ਭਾਵਾਂ ਤੂੰ ਸ਼ਿਵ ਦੇ ਉਹਨਾਂ 12 ਮੰਦਰਾਂ ਤੇ ਜਾ ਕੇ ਸਿਜਦਾ ਕਰਿਆ, ਪਰ ਕਰੈ ਨਿੰਦ ਸਭ ਵਿਰਥਾ ਜਾਵੇ। ਜੇ ਨਿੰਦਿਆ ਤੇਰੇ ਜੀਵਨ 'ਚ ਸਜਣਾ, ਤੇਰੇ ਧਰਮ ਦੇ ਕਰਮ ਕਿਤੇ ਕਿਸੇ ਅਰਥ ਨਹੀਂ ਆ, ਕੋਈ ਲਾਭ ਨਹੀਂ ਹੈ ਤੇਰਾ ਜੇ ਨਿੰਦਿਆ ਕਰਦਾ ਪਿਆ ਵਾ। ਭਾਵਾਂ ਧਰਮੀ ਕਰਮ ਜਿੰਨੇ ਮਰਜ਼ੀ ਕਰੀ ਚੱਲ, ਜੇ ਨਿੰਦਿਆ ਤੇਰੇ ਜੀਵਨ 'ਚ ਸਜਣਾ, ਇਹ ਨਿੰਦਿਆ ਤੇਰੇ ਸ਼ੁਭ ਗੁਣਾਂ ਨੂੰ ਤੇਰੇ ਜੀਵਨ 'ਚੋਂ ਬਾਹਰ ਕੱਢ ਦੇਵੇਗੀ। ਹੁਣ ਇੱਥੇ ਜ਼ਿਕਰ ਹੈ, ਮੈਲੇ ਕੱਪੜੇ ਕਾਹਾਂ ਲੋ ਧੋਵਾ। ਜਿਹੜੀ ਨਿੰਦਿਆ ਦੇ ਨਾਲ ਭਰਿਆ ਇਹ ਸਰੀਰ ਰੂਪੀ ਤਨ ਰੂਪੀ ਕੱਪੜਾ ਜਿਹੜਾ ਮਨ ਰੂਪੀ ਹੈ, ਇਹ ਨਿੰਦਿਆ ਦੇ ਨਾਲ ਭਰਿਆ ਪਿਆ, ਇਹਨੂੰ ਧੋਤਾ ਕਿੱਥੇ ਜਾਵੇ। ਸਾਹਿਬ ਨੇ ਕਿਹਾ, ਸਜਣਾ ਜਿਨ੍ਹਾਂ ਗੁਰੂ ਦੀ ਸੰਗਤ ਸਤ ਸੰਗਤ ਕੀਤੀ, ਉਹਨਾਂ ਦੀ ਇਹ ਨਿੰਦਿਆ ਜਿਹੜੀ ਮਨ ਕਰਕੇ ਜਿਹੜੇ ਕਰਦੇ ਸਨ, ਜਿਹੜੇ ਪਾਪ ਵਿਕਾਰ ਚੜੇ ਸੀ, ਸਾਹਿਬ ਕਿਹਾ ਉਹ ਸਾਰੇ ਦੇ ਸਾਰੇ ਉਤਰ ਜਾਂਦੇ ਨੇ, ਲੈ ਜਾਂਦੇ ਨੇ। ਆਵੇਗੀ ਨੀਂਦ ਕਹਾਂ ਲਗ ਸੋਵਾ। ਹੁਣ ਜਿਹੜਾ ਇਹ ਸੰਸਾਰ ਦੇ ਵਿੱਚ ਆਇਆਂ ਦਾ ਜੀਵ, ਇਹਨਾਂ ਜੀਵ ਰੂਪ ਇਸਤਰੀਆਂ ਦਾ ਮਨ ਜਿਹੜਾ ਵਾ ਨਾ, ਹੁਣ ਸਾਹਿਬ ਨੇ ਕਿਹਾ ਇਹ ਕਦੇ ਅਗਿਆਨਤਾ ਦੀ ਗਾਫਲਤਾ ਦੀ ਨੀਂਦ ਸੌਂਦਾ ਨਹੀਂ ਆ। ਇਹ ਸੌਂਦਾ ਨਹੀਂ ਗਾਫਲਤਾ ਦੀ ਨੀਂਦ। ਕਿਉਂ? ਕਿਉਂਕਿ ਗੁਰੂ ਨੇ ਇਹਨੂੰ ਹੁਣ ਸੁਚੇਤ ਕਰ ਦਿੱਤਾ। ਆਵੇਗੀ ਨੀਂਦ, ਜਿਹੜੀ ਨੀਂਦ ਕਿਸੇ ਵਕਤ ਵਿਕਾਰਾਂ ਦੀ ਨੀਂਦ ਵਿੱਚ ਇਨਸਾਨ ਸੁੱਤਾ ਪਿਆ ਸੀ, ਸਦਾ ਵਿਕਾਰ ਇਹਦੇ ਉੱਪਰ ਅਸਰ ਪਾਉਂਦੀ ਸੀ, ਇਹ ਹੁਣ ਵਿਕਾਰਾਂ ਤੋਂ ਇਹਦਾ ਬਚਾਅ ਹੋ ਗਿਆ, ਇਹਦੀ ਸੁਰਤ ਦਾ, ਇਹਦਾ ਮਨ ਹੁਣ ਬਚ ਗਿਆ ਵਿਕਾਰਾਂ ਤੋਂ। ਇਹ ਵਿਕਾਰ ਇਹਦੇ ਉੱਪਰ ਹੁਣ ਅਸਰ ਨਹੀਂ ਜੇ ਪਾਉਂਦੇ। ਹੁਣ ਇਹ ਜਿਹੜਾ ਵਾ ਸੁਚੇਤ ਹੋ ਕੇ ਜੀਵਨ ਬਤੀਤ ਕਰਦਾ ਵਾ। ਫਿਰ ਅਗਲੇ ਬੰਦ ਵਿੱਚ ਭਗਤ ਜੀ ਕਿਹਾ, ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ। ਜੋ ਜੋ ਇਹਨੇ ਮਾੜੇ ਕਰਮ ਕੀਤੇ ਸੀ ਨਾ, ਜੋਈ ਜੋਈ ਜੋਰਿਓ ਤੋਂ ਭਾਵ ਅਗਿਆਨਤਾ ਵਸ ਹੋ ਕੇ ਜੋ ਜੋ ਇਹਨੇ ਔਗਣ ਇਕੱਤਰ ਕੀਤੇ ਸਨ, ਸੋਈ ਸੋਈ ਫਾਟਿਓ। ਗੁਰੂ ਦੀ ਸੰਗਤ ਵਿੱਚ ਬਹਿ ਕੇ ਸੱਜਣਾ ਉਹ ਸਾਰੇ ਕੀਤੇ ਮਾੜੇ ਕਰਮ ਉਹਨਾਂ ਦੇ ਉੱਪਰ ਸਾਹਿਬ ਕਿਆ ਪੜਦਾ ਪੈ ਗਿਆ। ਤੇ ਸੱਚੇ ਗੁਰੂ ਨਾਨਕ ਦਾ ਘਰ, ਇਹ ਭਗਤੀ ਇਬਾਦਤ ਦਾ ਘਰ ਸੱਜਣਾ, ਤੇਰੇ ਮਾੜੇ ਕਰਮਾਂ ਦੇ ਉੱਪਰ ਪੜਦੇ ਪਾਉਂਦਾ ਵਾ, ਤੈਨੂੰ ਇਹਨਾਂ ਤੋਂ ਬਚਾਉਂਦਾ, ਤੈਨੂੰ ਭੈੜੀਆਂ ਇਨਾਮਤਾਂ ਵਰਿਆਈਆਂ ਤੋਂ। ਗੁਰੂ ਦਾ ਘਰ, ਇਹ ਭਗਤੀ ਇਬਾਦਤ ਦਾ ਰਾਹ ਸੱਜਣਾ, ਤੈਨੂੰ ਇਹ ਤੇਰੇ ਜੀਵਨ ਦੇ ਵਿੱਚੋਂ ਕਰਮਾਂ ਦੇ ਉੱਪਰ ਤੇਰੇ ਮਾੜੇ ਜਿਹੜੇ ਉਹਨਾਂ ਤੇ ਪੜਦੇ ਪਾਉਂਦਾ ਵਾ। ਇਸ ਕਰਕੇ ਸਤ ਸੰਗਤ ਦੀ ਮਹਾਨਤਾ ਸਾਹਿਬ ਇਹ ਜਿਹੜੀ ਹੈ ਦੱਸ ਰਹੇ ਨੇ ਵੀ ਸੱਜਣਾ, ਸਤ ਸੰਗਤ ਵਿੱਚ ਬਹਿ ਕੇ ਤੈਨੂੰ ਆਹ ਲਾਭ ਹੁੰਦਾ ਵਾ। ਗੁਰੂ ਦੀ ਸੰਗਤ ਕਰਿਆ ਤੈਨੂੰ ਇਹ ਲਾਭ ਹੁੰਦੇ ਨੇ। ਤੇ ਜਦੋਂ ਭਗਤਾਂ ਦਾ ਜੀਵਨ ਪੜ੍ਹੀਏ ਜੀ, ਭਗਤ ਧੰਨਾ ਜੀ, ਉਹਨਾਂ ਦੇ ਬਾਬਤ ਤੋਂ ਮੁਬਾਰਕ ਸ਼ਬਦ ਹੈ ਨਾ, ਜਿਹਦੇ ਵਿੱਚ ਸਾਹਿਬ ਨੇ ਜ਼ਿਕਰ ਕੀਤਾ ਵੀ ਨੀਚ ਊਚ ਤੇ ਉਹ ਸ਼ਬਦ ਜਿਹੜਾ ਵਾ ਵੀ ਲੋਕ ਨੀਵੀਂ ਜਾਤ ਦੇ ਕਹਿੰਦੇ ਸਨ, ਪਰ ਜਦੋਂ ਇਹਨਾਂ ਭਗਤੀ ਇਬਾਦਤ ਕੀਤੀ, ਇਹਨਾਂ ਦਾ ਨਾਮ ਸੰਸਾਰ ਦੇ ਵਿੱਚ ਪ੍ਰਗਟ ਹੋ ਗਿਆ, ਸੰਸਾਰ ਦੇ ਵਿੱਚ ਇਹਨਾਂ ਦਾ ਨਾਮ ਉਜਾਗਰ ਹੋ ਗਿਆ। ਕਿਉਂ? ਕਿਉਂਕਿ ਇਹ ਸਤ ਸੰਗਤ ਵਿੱਚ ਬੈਠ ਕੇ ਰੱਬੀ ਨਾਮ ਜਪਣ ਵਾਲੇ ਬਣ ਗਏ। ਰਵਿਦਾਸ ਟਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਉਹਦੇ ਵਿੱਚ ਜ਼ਿਕਰ ਹੈ ਨਾ, ਸਾਹਿਬ ਨੇ ਆਖਿਆ ਕਿਵੇਂ ਭਗਤ ਨਾਮਦੇਵ ਜੀ, ਜਿਹਨੂੰ ਸੰਸਾਰ ਦੇ ਲੋਕ ਧਾਰਮਿਕ ਆਗੂ ਜਿਹੜੇ ਨੇ ਨਾ, ਉਹ ਬੜੀਆਂ ਠੋਕਰਾਂ ਮਾਰ ਰਹੇ ਸਨ, ਬੜਾ ਮਾੜਾ ਭਲਾ ਬੋਲ ਰਹੇ ਸਨ, ਪਰ ਉਹੀਓ ਭਗਤ ਨਾਮਦੇਵ ਇੱਕ ਦਿਨ ਐਸਾ ਆਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ। ਇੱਥੇ ਵੀ ਸਾਹਿਬ ਇਹੀਓ ਜਿਹੜਾ ਭਗਤ ਰਵਿਦਾਸ ਜੀ ਜ਼ਿਕਰ ਕਰ ਰਹੇ ਨੇ, ਸੱਜਣਾ ਜਿਹੜੇ ਮਾੜੇ ਕਰਮ ਤੂੰ ਕਰਦਾ ਰਿਹਾ ਵਾ ਨਾ, ਜਦੋਂ ਗੁਰੂ ਦੀ ਸੰਗਤ ਵਿੱਚ ਬੈਠੇਗਾ, ਗੁਰੂ ਦੀ ਸੰਗਤ ਐਸੀ ਹੈ, ਤੇਰੇ ਭੈੜੇ ਵਿਚਾਰਾਂ ਤੇ ਪਰਦਾ ਪਾ ਕੇ ਗੁਰੂ ਤੈਨੂੰ ਚੰਗੀ ਸ਼ੁਭ ਵਿਚਾਰ ਦੇਵੇਗਾ। ਕਿਵੇਂ ਭਾਈ ਅਦਲੀ ਵਰਗੇ ਗੁਰੂ ਕੇ ਸਿੱਖਾਂ ਦੀ ਸੰਗਤ ਕਰਕੇ ਕਿਵੇਂ ਗੁਰੂ ਪਿਆਰਿਆਂ ਦਾ ਜੀਵਨ ਬਦਲਿਆ, ਕਿਵੇਂ ਬਾਬਾ ਬੇਦੀ ਚੰਦ ਜੀ, ਭਾਈ ਲਹਿਣਾ ਜੀ, ਗੁਰੂ ਅਮਰਦਾਸ ਸਾਹਿਬ ਪਾਤਸ਼ਾਹ, ਕਿਵੇਂ ਇਹਨਾਂ ਗੁਰੂ ਪਿਆਰਿਆਂ ਦੀ ਸੰਗਤ ਕਰਕੇ ਆਪਣੇ ਜੀਵਨ ਨੂੰ ਕਿਵੇਂ ਬਦਲਿਆ। ਇਹ ਸੰਗਤ ਦਾ ਹੀ ਅਸਰ ਸੀ ਨਾ।
ਸੋ ਇੱਥੇ ਸਾਹਿਬ ਕਹਿ ਰਹੇ ਨੇ, ਜਦੋਂ ਸੱਜਣਾ ਸਤ ਸੰਗਤ ਕਰੇਗਾ ਨਾ, ਤੇ ਉਸ ਵਕਤ ਤੇਰੇ ਜਿਹੜੇ ਕੀਤੇ ਮਾੜੇ ਕਰਮ ਨੇ, ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ। ਅੱਗੇ ਕਿਹਾ, ਝੂਠੇ ਵਣਜ ਉਠ ਹੀ ਗਈ ਹਾਟਿਓ। ਜਿਹੜਾ ਝੂਠਾ ਵਣਜ, ਝੂਠਾ ਵਪਾਰ ਕਰਦਾ ਰਿਹਾ ਨਾ ਸਾਰੀ ਜ਼ਿੰਦਗੀ ਸੱਜਣਾ, ਇਹ ਹੁਣ ਵਪਾਰ ਸੱਚ ਦੇ ਵਿੱਚ ਤਬਦੀਲ ਹੋ ਗਿਆ। ਕਿਉਂਕਿ ਗੁਰੂ ਨੇ ਸਮਝਾ ਦਿੱਤਾ ਵੀ ਸੱਜਣਾ ਸੰਸਾਰ ਦੇ ਵਿੱਚ ਸੱਚ ਦਾ ਜਿਹੜਾ ਵਾ ਤੂੰ ਵਪਾਰ ਕਰਨ ਦੇ ਲਈ ਆਇਆ ਵਾ। ਅਗਿਆਨਤਾ ਛੱਡ, ਗਿਆਨ ਪ੍ਰਾਪਤ ਕਰ। ਜੀਵਨ ਵਿੱਚ ਗਿਆਨ ਪ੍ਰਾਪਤ ਕਰ, ਅਗਿਆਨਤਾ ਨੂੰ ਬਾਹਰ ਕੱਢ, ਤੇ ਗਿਆਨ ਸਾਨੂੰ ਗੁਰੂ ਪਾਸ ਬਹਿ ਕੇ ਮਿਲਦਾ ਵਾ। ਤੇ ਸਾਹਿਬ ਆਖਦੇ ਪਏ ਨੇ, ਜਦੋਂ ਗੁਰ ਸੰਗਤ ਕਰੇਗਾ ਝੂਠੇ ਵਣਜ ਉਠ ਹੀ ਗਈ ਹਾਟਿਓ। ਜਿਹੜੀ ਝੂਠ ਦੀ ਖੱਟੀ ਤੂੰ ਮਨ ਵਿੱਚ ਤਿਆਰ ਕਰਕੇ ਬੈਠਾ ਹੋਇਆ ਸੀ ਸੱਜਣਾ, ਇਹ ਜੀਵਨ ਚੋਂ ਹੁਣ ਦੂਰ ਹੋ ਗਈ। ਸੱਚ ਤੇਰੇ ਜੀਵਨ ਵਿੱਚ ਆ ਗਿਆ, ਸੱਚ ਤੇਰੇ ਪੱਲੇ ਪਿਆ। ਅਖੀਰ ਵਿੱਚ ਫਿਰ ਭਗਤ ਰਵਿਦਾਸ ਜੀ ਕਿਹਾ, ਕਹੋ ਰਵਿਦਾਸ ਭਇਓ ਜਬ ਲੇਖੋ, ਸੋਈ ਜੋਈ ਕੀਨੋ ਸੋਈ ਸੋਈ ਦੇਖਿਓ। ਹੁਣ ਗੁਰੂ ਦੀ ਸੰਗਤ ਵਿੱਚ ਬੈਠ ਕੇ ਭਗਤ ਰਵਿਦਾਸ ਜੀ ਕਹਿ ਰਹੇ ਨੇ, ਕਹੋ ਰਵਿਦਾਸ ਭਇਓ ਜਬ ਲੇਖੋ। ਜਦੋਂ ਤੇਰੇ ਲੇਖੇ ਜੋਖੇ ਜੇ ਤੂੰ ਆਪ ਕਰਨ ਲੱਗੇਗਾ ਨਾ, ਫਿਰ ਤੇਰੇ ਲੇਖੇ ਜਿਹੜੇ ਨੇ ਇਹ ਸ਼ੁਭ ਹੋਣਗੇ। ਜਦੋਂ ਆਪਣੇ ਆਪ ਦੀ ਵਿਚਾਰ ਤੂੰ ਖੁਦ ਕਰਨ ਲੱਗਿਆ, ਕਿਉਂਕਿ ਗੁਰੂ ਗਿਆਨ ਦੇਵੇਗਾ ਬੰਦੇ, ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੀ। ਜਾਂ ਸਾਹਿਬ ਆਖਦੇ ਨੇ, ਗੁਰੂ ਦੇ ਪਾਸ ਬੈਠਿਆ ਗਿਆਨ ਪ੍ਰਾਪਤ ਹੁੰਦਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਗੁਰੂ ਦੱਸਦਾ ਸੱਜਣਾ ਤੂੰ ਕੌਣ ਹੈ, ਤੂੰ ਕਿੱਥੋਂ ਆਇਆ, ਤੂੰ ਕੀ ਕਰਨ ਦੇ ਲਈ ਆਇਆ। ਸਮੇਂ ਦੇ ਸੰਸਾਰ ਦੇ ਲੋਕਾਂ ਦੀ ਜਿਹੜੀ ਫਿਤਰਤ ਭਗਤ ਰਵਿਦਾਸ ਜੀ ਆਪਣੇ ਸ਼ਬਦਾਂ ਵਿੱਚ ਦੱਸਦੇ, ਉਹਨਾਂ ਜ਼ਿਕਰ ਕੀਤਾ ਨਾ ਵੀ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੋਨੇ ਬੋਲੇ ਦੌਰਿਓ ਫਿਰਤ ਹੈ, ਜਬ ਕਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਇਹ ਮਨ ਦੀ ਜਿਹੜੀ ਇਹ ਅਵਸਥਾ ਵਾ। ਪਰ ਭਗਤ ਰਵਿਦਾਸ ਜੀ ਕਹਿ ਰਹੇ ਨੇ, ਸੱਜਣਾ ਜਦੋਂ ਸੰਗਤ ਕਰੇਗਾ ਨਾ ਸੱਚ ਦੀ, ਫਿਰ ਤੂੰ ਆਪਣੇ ਲੇਖੇ ਜੋਖੇ ਖੁਦ ਹੀ ਕਰੇਗਾ ਵੀ ਮੈਂ ਮਾੜਾ ਕੀ ਕੀਤਾ ਔਰ ਮੈਂ ਚੰਗਾ ਕੀ ਕੀਤਾ। ਜੋਈ ਜੋਈ ਕੀਨੋ ਸੋਈ ਸੋਈ ਦੇਖਿਓ। ਜੋ ਤੂੰ ਆਪਣੇ ਕਰਮ ਕੀਤੇ ਹੋਣਗੇ ਉਹਨਾਂ ਨੂੰ ਤੂੰ ਫਿਰ ਉਦੋਂ ਖੁਦ ਹੀ ਵਾਚ ਕਰੇਗਾ, ਖੁਦ ਹੀ ਦੇਖੇਗਾ। ਜਦੋਂ ਤੂੰ ਸੱਚ ਦੀ ਸੰਗਤ ਕਰੇਗਾ, ਉਦੋਂ ਤੱਕ ਇਨਸਾਨ ਆਪਣੇ ਅੰਦਰ ਨੂੰ ਪੜ੍ਹਦਾ ਨਹੀਂ ਹੈ, ਮਨ ਨੂੰ ਵਿਚਾਰਦਾ ਨਹੀਂ ਹੈ, ਜਦੋਂ ਤੱਕ ਇਹਨੂੰ ਗੁਰੂ ਗਿਆਨ ਤੇ ਜਦੋਂ ਤੱਕ ਇਹ ਗੁਰੂ ਦੀ ਸੰਗਤ ਨਹੀਂ ਜੇ ਕਰਦਾ। ਗੁਰੂ ਸਾਨੂੰ ਆਪਣਾ ਹਿਰਦਾ ਜਿਹੜਾ ਅੰਦਰ ਜਿਹੜਾ ਹੈ ਇਹਨੂੰ ਖੋਜਣ ਦੇ ਲਈ ਕਹਿੰਦਾ, ਸੱਜਣਾ ਜਿਹੜੇ ਤੇਰੇ ਕਰਮ ਨੇ ਇਹਨਾਂ ਕਰਮਾਂ ਦੇ ਵੱਲ ਦੇਖ। ਜਦੋਂ ਦੇਖੇਗਾ ਫਿਰ ਜੋ ਮਾੜਾ ਪੱਖ ਹੋਵੇਗਾ ਉਹਨੂੰ ਜੀਵਨ ਚੋਂ ਬਾਹਰ ਕੱਢ ਦੇਵੇਂਗਾ ਤੇ ਚੰਗਾ ਪੱਖ ਆਪਣੇ ਜੀਵਨ 'ਚ ਲੈ ਕੇ ਆਵੇਂਗਾ। ਜਿੱਦਣ ਐਸਾ ਤੇਰਾ ਮਨ ਬਣਿਆ ਨਾ, ਸਦਾ ਤੇਰੇ ਜੀਵਨ ਦੇ ਵਿੱਚ ਆਨੰਦ ਬਣਿਆ ਰਹੇਗਾ। ਮੈਂ ਮਨ ਚਾਓ ਘਨਾ, ਜਿਹੜਾ ਉਹ ਘਨੇਰਾ ਆਨੰਦ ਚਾਓ ਜਿਹੜਾ ਉਦੋਂ ਬਣੇਗਾ ਜਦੋਂ ਤੂੰ ਆਪਣੇ ਆਪ ਦੀ ਖੋਜ ਖੁਦ ਆਪ ਕਰਨ ਲੱਗਿਆ। ਤੇ ਇੱਥੇ ਭਗਤ ਜੀ ਕਹਿ ਰਹੇ ਨੇ, ਜਿਹੜੇ ਸੱਚ ਦੀ ਸੰਗਤ ਕਰਕੇ ਸੰਗਤ ਵਿੱਚ ਬੈਠ ਕੇ ਇਬਾਦਤ ਭਗਤੀ ਦੇ ਰਾਹਾਂ ਦੇ ਉੱਪਰ ਤੁਰਦੇ ਆ ਨਾ, ਫਿਰ ਉਹਨਾਂ ਦੇ ਜਿਹੜੇ ਮਾੜੇ ਕਰਮ ਨੇ ਉਹ ਚੰਗਿਆਂ ਵਿੱਚ ਬਦਲ ਜਾਂਦੇ ਨੇ। ਤੇ ਸਾਹਿਬ ਅਖੀਰ ਵਿੱਚ ਕਿਹਾ, ਕਹੋ ਰਵਿਦਾਸ ਭਇਓ ਜਬ ਲੇਖੋ, ਜੋਈ ਜੋਈ ਕੀਨੋ ਸੋਈ ਸੋਈ ਦੇਖਿਓ। ਜੋ ਜੋ ਬੰਦਿਆ ਤੂੰ ਜ਼ਿੰਦਗੀ 'ਚ ਕੀਤਾ, ਫਿਰ ਉਹਨੂੰ ਤੂੰ ਆਪ ਹੀ ਉਦੋਂ ਦੇਖੇਗਾ ਜਦੋਂ ਸੱਚ ਦੀ ਸੰਗਤ ਕਰੇਗਾ। ਤੇ ਜਦੋਂ ਸੱਚ ਦੀ ਸੰਗਤ ਕੀਤੀ, ਸਾਹਿਬ ਆਖਿਆ, ਫਿਰ ਸੱਜਣਾ ਤੇਰਾ ਜਿਹੜਾ ਜੀਵਨ ਹੈ ਉਹ ਸੁਖੀ ਸੁਖੇਲਾ ਔਰ ਆਨੰਦਮਈ ਹੋਵੇਗਾ। ਤੇਰੇ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ ਹੋਣਗੇ। ਸੋ ਅੱਜ ਇਹ ਭਗਤ ਰਵਿਦਾਸ ਜੀ ਦੇ ਜੋ 40 ਸ਼ਬਦ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 16 ਰਾਗਾਂ ਦੇ ਵਿੱਚ ਦਰਜ ਨੇ, ਉਹ ਅੱਜ ਸ਼ਬਦਾਂ ਦੀ ਸਮਾਪਤੀ ਹੋਈ ਹੈ। ਬੇਅੰਤ ਸ਼ਬਦਾਂ ਵਿੱਚ ਸਹਿਬ ਪਰਮੇਸ਼ਰ ਦੀ ਗੱਲ ਕਰਦੇ ਨੇ ਭਗਤ ਜੀ। ਔਰ ਤੇਰੇ ਸੱਜਣਾ ਜਿਹੜੇ ਕਰਮ ਨੇ, ਇਹਨਾਂ ਕਰਮਾਂ ਨੂੰ ਦੇਖਿਆ ਜਾਣਾ ਵੀ ਇਹ ਕਿੱਦਾਂ ਦੇ ਨੇ। ਕਰਮ ਦੇ ਉੱਪਰ ਬੜਾ ਜ਼ੋਰ ਭਗਤ ਜੀ ਨੇ ਦਿੱਤਾ ਵਾ। ਆਪਣੇ ਕਰਮ ਚੰਗੇ ਕਰ, ਸ਼ੁਭ ਕਰ, ਤੇਰੇ ਕਰਮਾਂ ਨੇ ਹੀ ਤੈਨੂੰ ਜਿਹੜਾ ਵਾ ਤੇਰੇ ਮਨ ਦੀ ਸੁਰਤ, ਤੇਰੇ ਮਨ ਦੀ ਬੁੱਧੀ ਨੂੰ